ਲੁਧਿਆਣਾ ਦੇ ਵਿੱਚ ਸਾਡੇ ਖਾਸ ਸ਼ੋ ਇਮਰਜਿੰਗ ਪੰਜਾਬ ਦੇ ਮੰਚ ਤੇ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਸੁੱਕੀ ਸੁਰਤ-ਏ-ਹਾਲ ਨੇ। ਵੱਡੇ ਸਨਅਤਕਾਰਾਂ ਦਾ ਕੀ ਪਲਾਨ ਹੈ ਅਤੇ ਪੰਜਾਬ ਦੇ ਵਿੱਚ ਇੰਡਸਟਰੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੇ ਲਈ ਕੀ ਵਿਜ਼ਨ ਹੈ, ਇਸ ਬਾਬਤ ਐਗਰੀਕਲਚਰ ਇੰਡਸਟਰੀ ਦੇ ਨਾਲ ਜੁੜੀਆਂ ਨਾਮਚੀਨ ਸ਼ਖਸੀਅਤਾਂ ਨਾਲ ਸਾਡੇ ਮੰਚ ਤੇ ਖਾਸ ਗੱਲਬਾਤ ਕੀਤੀ ਗਈ ਹੈ। कॉन्क्लेव के पहले पैनल के विच इनवाइट करना चाहूँगी साढ़े पैनलिस्ट मिस्टर जगतार सिंह, मैनेजिंग डायरैक्टर गुरबाज फार्म मिशनरी प्राइवेट लिमिटेड। मैं चाहूँगी कि जोरदार तालियां दे नाल उन्हां दा स्वागत जिहड़ा स्टेज ते कीता जाए। नाले मैं बुलाना चाहूँगी साढ़े दूजे पैनलिस्ट अमर सिंह, मैनेजिंग डायरैक्टर दशमेश ग्रुप मलेरकोटला। जोरदार तालियां दे नाल उन्हां दा भी स्वागत कीता जाए। साढ़े तीजे पैनलिस्ट तरविंदर सिंह, CEO टेक्नोक्रैट हॉरिजन्स कंपोसॉफ्ट प्राइवेट लिमिटेड, उन्हां दा भी जोरदार तालियां दे नाल स्वागत किया जाए। गुरप्रीत अते कृष्ण, मैं चाहूँगी कि तुसी इस पैनल दी जिहड़ी है अगे दी चीज़ां जिहड़े है अगे वधाओ जी। मैं चाहूँगी कि साडे इस पैनल दी तुसी जोरदार तालियां दे नाल स्वागत करो। एमर्जिंग पंजाब MSME कॉन्क्लेव ते चर्चा होगी जिहदे विच MSMEs दे चैलेंजेस, इंडस्ट्रीज किवें काम करदियां ने, की लोड़ है अगे आने वाले टाइम की, तो की कुछ नवी चीज़ां ते डेवलपमेंट्स जिहड़ियां ने MSME इंडस्ट्री दे विच आईयां ने, उन्हां सब दे उपर ही यह विचार विमर्श होगा। ओवर टू यू गुरप्रीत। पंजाब खेती प्रधान सूबा है, खेती नाल जुड़े कई मसलिਆਂ ਨੂੰ ਲੈ ਕੇ चर्चा होगी। एक वड्डा पैनल, 3 शख्सियतां इस पैनल दे विच हाज़र रहणगीਆਂ। मिस्टर जगतार सिंह जी, स्वागत करते हैं तुहाडा। अमर सिंह जी मलेरकोटला तो आए ने, दशमेश ग्रुप ऑफ मलेरकोटला तो ने, इन्हां दे विशेष गल करदा। तरविंदर जी CEO ने, टैक्नोक्रेट तो ने। कई तकनीकां होंदियां ने इन्फॉर्मेशन टैक्नोलॉजी ਨੂੰ ਲੈ ਕੇ ਕੀ ਕੁਝ ਹੁਣ ਤੱਕ ਕੀਤਾ ਗਿਆ ਉਸ ਤੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਅਮਰ ਸਿੰਘ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕਿਸ ਤਰੀਕੇ ਦੀ ਹੁਣ ਤੱਕ ਖੇਤੀਬਾੜੀ ਦੇ ਵਿੱਚ ਇਨੋਵੇਸ਼ਨ ਕੀਤੀ ਗਈ ਹੈ, ਜਿਸ ਤਰੀਕੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਖੇਤੀਬਾੜੀ ਨਾਲ ਸੰਬੰਧਿਤ तमाम औजार संद ਹੁਣ ਤੱਕ ਤਿਆਰ ਕੀਤੇ ਜਾਂਦੇ ਰਹੇ ਹੈ, ਕੰਬਾਈਨਾਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਨੇ, ਕੁਝ ਮੁਸ਼ਕਲਾਂ ਦਾ ਸਾਹਮਣਾ ਹੁਣ ਤੱਕ ਕਰਨਾ ਪਿਆ। ਸਭ ਤੋਂ ਪਹਿਲਾਂ ਮੈਂ ਇਹ ਚੈਨਲ ਦਾ ਤੇ ਜਿਹੜੇ ਵੀ ਸਾਡੇ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਮੈਂ ਗੁਰੂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਇੰਡਸਟਰੀ ਹੈ ਉਹ ਇੱਕ ਸੰਘਰਸ਼ ਹੈ। ਤੁਹਾਡੇ ਸ਼ਾਇਦ ਕਾਕਾ ਤੇਰਾ ਜਨਮ ਬਾਅਦ 'ਚ ਹੋਇਆ ਹੋਵੇ। ਪਹਿਲਾਂ ਜਦੋਂ ਖੇਤੀ ਹੁੰਦੀ ਸੀ ਨਾ, ਉਦੋਂ 100 ਕੁਇੰਟਲ ਕਣਕ ਕੁਇੰਟਲਾਂ 'ਚ ਨਹੀਂ ਹੁੰਦੀ, ਮਣਾਂ 'ਚ ਹੁੰਦੇ ਸੀ। 100 ਮਣ ਦਾਣੇ ਜੀ, ਮਹੀਨੇ ਢਾਈ ਮਹੀਨਿਆਂ ਦੇ ਵਿੱਚ ਉਹ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ 100 ਮਣ ਦਾਣਿਆਂ ਨੂੰ ਨਜਿੱਠਣ ਵਾਸਤੇ ਖਲੀਆਂ ਲਾਉਂਦੇ ਸੀ, ਦਾਤੀਆਂ ਨਾਲ ਵੱਢਦੇ ਸੀ। ਉਸ ਤੋਂ ਬਾਅਦ ਫਿਰ ਬਲਦਾਂ ਨਾਲ ਖੜੇ ਹੁੰਦੇ ਤੇ ਉਹ ਫਲੀਆਂ ਜਿਹੀਆਂ ਬੰਨ੍ਹ ਕੇ ਮਗਰ ਉਹਦੇ ਨਾਲ ਪੂਰੇ 12-1 ਵਜੇ ਉਹ ਜਿਹੜਾ ਲਾਂਘਾ ਸੁੱਕਦਾ ਸੀ, ਉਦੋਂ ਉਹ ਜ਼ਿਮੀਂਦਾਰ ਕੰਮ ਕਰਦੇ ਸੀ। ਜਦੋਂ ਇਹ ਇੰਡਸਟਰੀ ਆਈ ਜੀ, ਸਭ ਤੋਂ ਪਹਿਲਾਂ ਟੋਕੇ ਵਾਲੀਆਂ ਮਸ਼ੀਨਾਂ ਆਈਆਂ। ਟੋਕੇ ਵਾਲੀਆਂ ਮਸ਼ੀਨਾਂ ਨੇ ਜਿਹੜਾ ਕੰਮ 2.5 ਮਹੀਨਿਆਂ 'ਚ ਹੁੰਦਾ ਸੀ ਉਹ ਤਕਰੀਬਨ 1 ਮਹੀਨੇ 'ਚ ਕਰਤਾ। ਟੋਕਾ ਵੱਢਿਆ, ਉਹਦੇ ਲੋੜ ਨਹੀਂ, ਬਲਦਾਂ ਦੀ ਵੀ ਲੋੜ ਨਹੀਂ ਪਈ ਉਹ। ਪਰ ਪ੍ਰੋਬਲਮ ਉੱਡੀ ਦੀ ਉੱਡੀ ਰਹੀ। ਫਿਰ ਉਸ ਤੋਂ ਬਾਅਦ ਹਵਾ ਚਾਹੀਦੀ ਸੀ ਸਾਨੂੰ, ਉਹ ਫਿਰ ਅੜਾਈ ਕਰਦੇ ਤੇ ਤੂੜੀ ਤੇ ਦਾਣਿਆਂ ਨੂੰ ਅਲੱਗ ਕਰਦੇ ਸੀ। ਉਸ ਤੋਂ ਬਾਅਦ ਘੁੰਡੀਆਂ ਹੁੰਦੀਆਂ ਤੇ ਫਿਰ ਬਲਦਾਂ ਨਾਲ ਫਿਰ ਵੀ ਕੋਈ ਸਾਧਨ ਨਹੀਂ ਸੀ। ਇਹੀ ਪ੍ਰੋਗਰਾਮ ਸੀ 1 ਮਹੀਨੇ 'ਚ, 2.5 ਮਹੀਨਿਆਂ ਦਾ ਕੰਮ ਫਿਰ 1 ਮਹੀਨੇ 'ਚ ਜੀ। ਉਸ ਤੋਂ ਬਾਅਦ ਥੋੜ੍ਹਾ ਸਮਾਂ ਬਦਲਿਆ, ਲੋੜ ਪਈ। ਅਸੀਂ ਸੋਚਿਆ ਵੀ ਆਪਾਂ ਥੋੜ੍ਹਾ ਜਿਹਾ ਇਹਨੂੰ ਜੇ ਸਿੰਡੀਕੇਟ ਲਾ ਕੇ ਪੱਖੇ ਲਾ ਦਈਏ, ਸ਼ਾਇਦ ਹੋਰ ਸੁਖਾਲਾ ਹੋ ਜਾਏ ਕੰਮ। ਉਹ ਅਸੀਂ ਕੀਤਾ। ਜਿਹੜਾ ਕੰਮ 1 ਮਹੀਨੇ 'ਚ ਹੁੰਦਾ ਸੀ ਉਹ 10 ਦਿਨ 'ਚ ਹੋਣ ਲੱਗ ਗਿਆ। ਉਸ ਤੋਂ ਬਾਅਦ ਹੋਰ ਵੱਡੇ ਥ੍ਰੈਸ਼ਰ ਬਣੇ। ਜਿਹੜਾ ਕੰਮ ਉਹ 10 ਦਿਨਾਂ 'ਚ ਹੁੰਦਾ ਸੀ 1 ਦਿਨ 'ਚ ਹੋਣ ਲੱਗ ਗਿਆ। ਬਹੁਤ ਫਰਕ ਪੈ ਗਿਆ ਸਮੇਂ ਸਮੇਂ ਦੇ ਨਾਲ। ਤਕਨੀਕ ਜਿਸ ਤਰੀਕੇ ਨਾਲ ਡਿਵੈਲਪ ਹੋ ਰਹੀ ਹੈ,
ਉਸੇ ਤਰੀਕੇ ਨਾਲ ਔਜ਼ਾਰ ਵੀ ਵੱਧਦੇ ਜਾ ਰਹੇ ਨੇ। ਮੈਂ ਆਉਂਗਾ ਅਮਰ ਸਿੰਘ ਜੀ ਤੁਹਾਡੇ ਕੋਲ। ਨਹੀਂ ਅੱਗੇ ਮੈਂ ਅੱਗੇ ਚੱਲਣਾ ਥੋੜ੍ਹਾ। ਜਿਹੜਾ ਕੰਮ 2.5 ਮਹੀਨਿਆਂ 'ਚ ਹੁੰਦਾ ਸੀ ਜੀ, ਉਸ ਤੋਂ ਬਾਅਦ ਕੰਬਾਈਨਾਂ ਬਣਾਉਣ ਲੱਗੇ ਅਸੀਂ। ਪਹਿਲਾਂ ਜਿਹੜੀਆਂ ਕੰਬਾਈਨਾਂ ਸੀਆਂ ਇੰਪੋਰਟ ਕੀਤੀਆਂ ਜਾਂਦੀਆਂ ਸੀ, ਬਹੁਤ ਮਹਿੰਗੀ ਕੰਬਾਈਨ ਮਿਲਦੀ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਪੁਰਾਣੀਆਂ ਜਿਹੜੀਆਂ ਮਸ਼ੀਨਾਂ ਆਉਂਦੀਆਂ ਤੇ ਉਹ ਵੀ 18 ਲੱਖ ਰੁਪਏ ਦੀ ਕੀਮਤ ਸੀ ਉਹਨਾਂ ਦੀ। ਉਸ ਟਾਈਮ ਬੜੀ ਮੁਸ਼ਕਿਲ ਸੀ। ਨਵੀਆਂ ਮਸ਼ੀਨਾਂ ਆਈਆਂ ਬਾਹਰੋਂ GDR ਹੋਰ। ਜਿਹੜੀ ਪੰਜਾਬ ਦੀ ਇੰਡਸਟਰੀ ਹੈ ਖਾਸ ਕਰਕੇ, ਕਿਉਂਕਿ ਅਸੀਂ ਜਿਹੜੇ ਰਾਮਗੜੀਆ ਬਰਾਦਰੀ ਸਾਡੀ ਜਿਹੜੀ ਹੈ ਬੜੀ ਮਿਹਨਤ ਕੀਤੀ ਹੈ, ਬੜੀਆਂ ਮੁਸ਼ੱਕਤਾਂ ਕੀਤੀਆਂ, ਉਹਦੇ ਨਾਲ ਅਸੀਂ ਉਹ ਉਸ ਲਾਈਨ 'ਚ ਭਾਵੇਂ ਸਾਡੇ ਲਈ ਸਮਝਣਾ ਵੀ ਉਸ ਟਾਈਮ ਔਖਾ ਸੀ ਵੀ ਮਾਈਨ ਕਿਵੇਂ ਚੱਲਦੀ ਹੈ ਕਿਵੇਂ ਪਰ ਜਦੋਂ ਅਸੀਂ ਉਹਦੇ ਵਿੱਚ ਪਏ ਅਸੀਂ ਉਹਨੂੰ ਸੌਖਾ ਕਰ ਲਿਆ। ਕਿ ਸਾਡੀ ਇਸ ਬਰਾਦਰੀ ਦੇ ਵਿੱਚ ਇੱਕ ਖੂਨ 'ਚ ਹੀ ਹੈ ਸਿਸਟਮ। ਜਿਹੜੀ ਚੀਜ਼ ਦੇਖ ਲਈ ਉਹ ਬਣ ਗਈ। ਅਸੀਂ ਉਹ ਮਸ਼ੀਨਾਂ ਬਣਾਈਆਂ। ਜਿਹੜਾ ਕੰਮ 2.5 ਮਹੀਨਿਆਂ 'ਚ ਹੁੰਦਾ ਸੀ ਉਹ 1 ਘੰਟੇ 'ਚ ਕਰਨ ਲੱਗਾ। ਇਹ ਇੱਕ ਕੰਬਾਈਨ ਦਾ ਇੱਕ ਸਫ਼ਰ ਹੈ ਬਹੁਤ ਵੱਡਾ, ਪੁਰਾਣੇ ਸਮੇਂ ਤੋਂ ਬਾਅਦ ਹੁਣ। ਪਰ ਇੱਕ ਅਫਸੋਸ ਨਾਲ ਕਹਿਣਾ ਪੈਂਦਾ ਹੈ ਜੀ, ਸਾਡਾ ਜਿਹੜਾ ਰਿਸ਼ਤਾ ਸਿੱਧਾ ਕਿਸਾਨ ਨਾਲ ਹੈ। ਕਿਸਾਨ ਦੇ ਉੱਤੇ ਆਫਤ ਆਈ ਅੱਜ, ਬਹੁਤ ਦੁੱਖ ਦੀ ਗੱਲ ਹੈ। ਆਪਣੇ ਸਾਰਿਆਂ ਦੀ ਆਈ ਹੈ, ਬਹੁਤ ਦੁੱਖ ਨਾਲ ਕਹਿਣਾ ਪੈਂਦਾ। ਕੁਦਰਤੀ ਆਫਤ ਹੈ ਇਹ, ਕਿਸੇ ਦੀ ਆਫਤ ਨਹੀਂ ਹੈ। ਗੌਰਮੈਂਟਾਂ ਵੀ ਜ਼ੋਰ ਲਾਉਂਦੇ ਨੇ, ਜੋ ਸਮਾਜ ਸੇਵੀ ਲੋਕ ਨੇ ਉਹ ਵੀ ਅੱਡੋ ਅੱਡੀ ਤਰੀਕਿਆਂ ਨਾਲ ਉਹਨਾਂ ਨੂੰ ਕਰ ਰਹੇ ਨੇ, ਪਰ ਆਫਤ ਤਾਂ ਹੈ ਨਾ। ਉਸ ਤੋਂ ਬਾਅਦ ਕੀ ਹੋਣਾ? ਜਿਵੇਂ ਭਗਵੰਤ ਮਾਨ ਆਪਣੀ ਜਿਹੜੀ ਸਰਕਾਰ ਹੈ ਉਹਨਾਂ ਨੇ ਬੜੇ ਖੁੱਲ੍ਹ ਦਿਲੀ ਨਾਲ ਇਹ ਗੱਲ ਕੀਤੀ ਹੈ ਵੀ ਜਿਹੜੀ ਪੂਰੀ ਦੀ ਪੂਰੀ 100% ਅਸੀਂ ਉਹਨਾਂ ਦਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਕੋਸ਼ਿਸ਼ ਨਹੀਂ ਦੇਵਾਂਗੇ, ਇਹ ਗੱਲ ਕਹੀ ਹੈ। ਬਿਲਕੁਲ, ਕਿਉਂਕਿ ਖਾਸ ਤੌਰ 'ਤੇ ਹਰੀ ਕ੍ਰਾਂਤੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਸ ਮੌਕੇ ਜਿਹੜਾ ਕਿਸਾਨ ਦਾ ਤੇ ਸਾਡਾ ਜੀ ਕਿਸਾਨ ਇੰਡਸਟਰੀ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ। ਜਿਵੇਂ 9 ਨਾਲੋਂ ਮਾਸ ਲੱਗ ਨਹੀਂ ਨਾ ਕੀਤਾ ਜਾਂਦਾ, ਜਾਂ ਮਾਸ ਨੂੰ 9 ਨੂੰ ਲੱਗ ਨਹੀਂ ਕੀਤਾ ਜਾਂਦਾ। ਸਾਡੇ ਐਗਰੀਕਲਚਰ ਜਿਹੜੀ ਇੰਡਸਟਰੀ ਹੈ ਇਹਦਾ ਵੀ ਉਹੀ ਰਿਸ਼ਤਾ ਜਿਹੜਾ 9 ਮਾਸ ਦਾ ਹੈ। ਪਰ ਸਵਾਲ ਬਹੁਤ ਵੱਡਾ ਹੈ ਅਮਰ ਸਿੰਘ ਜੀ ਕਿ ਇਸ ਵਿਸ਼ੇ ਤੇ ਹੁਣ ਤੱਕ ਚਰਚਾ ਇਹ ਹੁੰਦੀ ਰਹੀ ਹੈ ਕਿ ਹੁਣ ਤੱਕ ਕੀ ਕੁਝ ਖੱਟਿਆ ਕੀ ਕੁਝ ਵਟਿਆ। ਕਿਸਾਨ ਬਹੁਤ ਪਰੇਸ਼ਾਨ ਹੈ। ਮੈਂ ਆਉਂਗਾ ਤੁਹਾਡੇ ਕੋਲ, ਮੈਂ ਆਉਂਗਾ। ਆਪਾਂ ਚਰਚਾ ਨੂੰ ਹੋਰ ਖੁੱਲ੍ਹਾ ਕਰਦੇ ਸਰ, ਕਿਉਂਕਿ ਸਮਾਂ ਬਹੁਤ ਘੱਟ ਰਹੇਗਾ। ਅਮਰ ਸਿੰਘ ਜੀ, ਇਸ 'ਚ ਇੰਪੋਰਟੈਂਟ ਤੁਸੀਂ ਸਵਾਲ ਇਹ ਕਿਹਾ, ਇਹਦੇ ਆ ਰਹੇ ਸਰ ਪਲੀਜ਼। ਇਹਦੇ ਵਿੱਚ ਇੰਪੋਰਟੈਂਟ ਇਹ ਸੀ ਕਿ ਕਿਸਾਨ ਅਤੇ ਤੁਹਾਡੀ ਇੰਡਸਟਰੀ ਦਾ ਜਿਹੜਾ ਰਿਸ਼ਤਾ ਉਹ 9 ਮਾਸ ਦਾ ਹੈ। ਵੀ ਹੁਣ ਤੱਕ ਤੁਸੀਂ ਕਿਹਾ ਕਿ ਅਸੀਂ ਸਮੇਂ ਦੀ ਬੱਚਤ ਕੀਤੀ, ਪਰ ਦੂਜਾ ਪੱਖ ਇਹ ਵੀ ਹੈ ਕਿਸਾਨ ਕੀ ਸੋਚ ਰਿਹਾ ਹੈ। ਕਿਸਾਨ ਸਾਤੋਂ ਬਹੁਤ ਸੈਟਿਸਫਾਈ ਹੈ, ਕਿਉਂਕਿ ਜਿੱਥੇ ਅਸੀਂ ਇਹ ਇੰਨਾ ਕੰਮ ਕੀਤਾ ਸਾਡੀ ਇੰਡਸਟਰੀ ਨੇ ਹਰ ਤਰ੍ਹਾਂ ਦੇ, ਇਕੱਲੀ ਕੰਬਾਈਨ ਨਹੀਂ, ਥੱਲੇ ਕਲਟੀਵੇਟਰਾਂ ਤੋਂ ਲੈ ਕੇ ਸਾਰਾ ਸਮਾਨ ਬਣਾਇਆ ਹੈ ਐਗਰੀਕਲਚਰ ਦਾ। ਉਹ ਸਾਰਾ 100% ਜਿਹੜੀ ਇਹ ਹਰੀ ਕ੍ਰਾਂਤੀ ਆਈ ਹੈ ਨਾ, ਇਹ ਇਸ ਇੰਡਸਟਰੀ ਦੀ ਦੇਣ ਹੈ। ਸੋ ਬਿਲਕੁਲ, ਮੈਂ ਮੁਆਫੀ ਨਾਲ ਤੁਹਾਨੂੰ ਰੋਕ ਰਿਹਾ। ਹੋਰੀ ਮਹਿਮਾਨਾਂ ਨਾਲ ਆਪਾਂ ਤਾਰਫ ਕਰਵਾ ਦਈਏ। ਤੇ ਜਗਤਾਰ ਸਿੰਘ ਜੀ ਨੇ ਮੈਨੇਜਿੰਗ ਡਾਇਰੈਕਟਰ ਗੁਰਬਾਜ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਤੇ ਆਲ ਇੰਡੀਆ ਸਟਰਾ ਮਸ਼ੀਨਰੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ। ਇਸਤਕਬਾਲ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਖਾਸ ਤੌਰ 'ਤੇ ਸਭ ਤੋਂ ਪਹਿਲਾਂ ਇਹੀ ਸਮਝਣਾ ਚਾਹਾਂਗੇ, ਕਿਉਂਕਿ ਪ੍ਰਦੂਸ਼ਣ ਦੇ ਨਾਲ ਰਿਲੇਟਡ ਤੁਸੀਂ ਜਿਹੜਾ ਇਹ ਮਸ਼ੀਨਰੀ ਬਣਾਉਂਦੇ ਹੋ, ਸੁਪਰ ਸੀਡਰ ਬਣਾਉਂਦੇ ਹੋ, ਤਾਂ ਜਿੱਥੇ ਪ੍ਰਦੂਸ਼ਣ ਘਟਿਆ ਕਾਫੀ ਹੱਦ ਤੱਕ, ਤਾਂ ਉੱਥੇ ਕੀ ਕੁਝ ਖਾਸ ਹੈ ਤੁਹਾਡੇ ਇਸ ਮਸ਼ੀਨ ਦੇ ਵਿੱਚ ਜੋ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਪ੍ਰਫੁੱਲਤ ਹੋ ਸਕਦਾ? ਗੁਰਪ੍ਰੀਤ ਜੀ, ਮੈਂ ਧੰਨਵਾਦ ਕਰਦਾ ਜੀ ਨਿਊਜ਼ ਦਾ ਜਿਨ੍ਹਾਂ ਨੇ ਸਾਨੂੰ ਇਸ ਮੰਚ 'ਤੇ ਬੁਲਾਇਆ। ਜਿੱਦਾਂ ਕਿ ਸਭ ਤੋਂ ਵੱਡਾ ਮਸਲਾ ਪ੍ਰਦੂਸ਼ਣ ਦਾ ਹੈ। ਬਿਲਕੁਲ। ਅਤੇ ਉਹ ਪ੍ਰਦੂਸ਼ਣ ਦੇ ਆਉਣ ਦੇ ਨਾਲ ਜਦੋਂ ਪ੍ਰਦੂਸ਼ਣ ਵਧਿਆ ਉਸ ਟਾਈਮ ਅਸੀਂ ਇਹ ਮਸ਼ੀਨਾਂ ਆਪਣੀਆਂ ਡਿਵੈਲਪ ਕਰਨੀਆਂ ਸ਼ੁਰੂ ਕਰੀਆਂ। ਜਿਵੇਂ ਜਿਵੇਂ ਡਿਮਾਂਡ ਆਈ ਮਸ਼ੀਨਾਂ ਦੀ, ਅਸੀਂ ਪਹਿਲਾਂ ਮਤਲਬ ਕਿ ਮਸ਼ੀਨਾਂ ਦੇ ਵਿੱਚ ਜਿਹੜੀਆਂ ਆਲਰੇਡੀ ਚੱਲ ਰਹੀਆਂ ਸੀ ਉਹਨਾਂ ਦੇ ਵਿੱਚ ਸੁਧਾਰ ਕੀਤਾ। ਉਸ ਤੋਂ ਬਾਅਦ 'ਚੋਂ ਅਸੀਂ ਨਵੀਂ ਮਸ਼ੀਨ ਡਿਵੈਲਪ ਕੀਤੀ, ਸੁਪਰ ਸੀਡਰ ਡਿਵੈਲਪ ਕੀਤਾ, ਜੋ ਕਿ ਸੁਪਰ ਸੀਡਰ ਇਸ ਟਾਈਮ 100% ਕਿਸਾਨਾਂ ਲਈ ਲਾਹੇਵੰਦ ਹੈ। ਜੋ ਕਿ ਪ੍ਰਦੂਸ਼ਣ ਤੁਸੀਂ ਦੇਖਿਆ ਪਿਛਲੇ ਸਾਲ ਬਹੁਤ ਇਸ ਨੂੰ ਰੋਕ ਪਾਈ ਗਈ ਆ ਪ੍ਰਦੂਸ਼ਣ ਨੂੰ, ਅਤੇ ਉਹਦੇ ਲਈ ਇੱਕ ਸੁਪਰ ਸੀਡਰ ਮਸ਼ੀਨ ਹੈ ਜਿਹੜੀ ਉਹ ਬਿਲਕੁਲ ਲਾਹੇਵੰਦ
ਅੱਛਾ, ਇੱਕ ਹੋਰ ਚੀਜ਼ ਸਮਝਣੀ ਚਾਹਾਂਗੇ, ਸਬਸਿਡੀ ਦਾ ਜਿਹੜਾ ਮੈਟਰ ਹੈ ਉਹ ਕਹਿੰਦੇ ਡਰਾਅ ਸਿਸਟਮ ਕਰਤਾ ਹੁਣ ਪੰਜਾਬ ਗਵਰਨਮੈਂਟ ਨੇ, ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਜਾਣਕਾਰੀ ਦਿਓ ਕਿ ਡਰਾਅ ਸਿਸਟਮ ਕਿਵੇਂ ਹੈ ਅਤੇ ਜ਼ਿਲ੍ਹੇ ਵਾਈਜ਼ ਹੈ ਉਹ ਜਾਂ ਫਿਰ ਕਿੱਦਾਂ ਨਿਕਲਦਾ? ਹਾਂਜੀ, ਇਹ ਡਰਾਅ ਸਿਸਟਮ ਹੈ, ਇਹ ਬਲਾਕ ਵਾਈਜ਼ ਜ਼ਿਲ੍ਹੇ ਵਾਈਜ਼ ਹੈ ਔਰ ਇਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਸੁਪਰ ਸੀਡਰ ਹੈ ਜਾਂ ਜਿਹੜੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਲੋੜੀਂਦੀਆਂ ਮਸ਼ੀਨਾਂ ਨੇ ਉਹ ਕਿਸਾਨ ਬਹੁਤ ਜ਼ਿਆਦਾ ਲੈਣ ਲਈ ਮਤਲਬ ਕਿ ਇੰਟਰਸਟਡ ਨੇ, ਜੋ ਕਿ ਕਿਸਾਨ ਅੱਗ ਲਗਾਉਣਾ ਨਹੀਂ ਚਾਹੁੰਦਾ। ਹੁਣ ਇਸ ਟਾਈਮ ਉਹ ਜਿਹੜਾ ਡਰਾਅ ਸਿਸਟਮ ਹੈ, ਡਰਾਅ ਸਿਸਟਮ ਦੇ ਕਾਰਨ ਜਿਹੜੇ ਕਿਸਾਨ ਜਿਨ੍ਹਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਵਾਂਝੇ ਰਹਿ ਜਾਣਗੇ ਉਹ ਡਰਾਅ ਸਿਸਟਮ ਕਰਕੇ। ਅਤੇ ਉਹਦਾ ਰੀਜ਼ਨ ਕੀ ਹੈ ਵੀ ਕਿਸਾਨਾਂ ਨੂੰ ਖੁੱਲ੍ਹੀ ਸਬਸਿਡੀ ਦਿੱਤੀ ਜਾਏ ਵਿਦਆਊਟ ਡਰਾਅ ਸਿਸਟਮ ਤੋਂ। ਪਰ ਇਹਦੇ ਬਹੁਤ ਵੱਡੇ ਜਿਹੜੇ ਆ ਨਾ ਫੈਕਟਰ ਸਾਨੂੰ ਦੇਖਣ ਨੂੰ ਮਿਲਦੇ, ਗਰਾਊਂਡ 'ਤੇ ਜਾ ਕੇ ਜਦੋਂ ਕਿਸਾਨ ਵਰਗ ਨਾਲ ਗੱਲਬਾਤ ਕੀਤੀ ਜਾਂਦੀ ਹੈ। ਦੇਖੋ ਤੁਸੀਂ ਸੁਪਰ ਸੀਡਰ ਦੀ ਜਿਹੜੀ ਕਾਢ ਕੱਢੀ ਮਸ਼ੀਨ ਲੈ ਕੇ ਆਏ, ਪਰ ਵੱਡੀ ਗਿਣਤੀ ਵਿੱਚ ਫਿਰ ਵੀ ਪਰਾਲੀ ਨੂੰ ਅੱਗ ਹੁਣ ਤੱਕ ਲੱਗਦੀ ਰਹੀ ਹੈ। ਸੁਪਰ ਸੀਡਰ ਵਰਤਨ ਨੂੰ ਲੈ ਕੇ ਵੀ ਕਿਸਾਨਾਂ ਦੇ ਮਨਾਂ 'ਚ ਖਦਸ਼ੇ ਨੇ, ਕੁਛ ਝਾੜ ਨੂੰ ਲੈ ਕੇ ਹੈ। ਉਹਨਾਂ ਖਦਸ਼ਿਆਂ ਦੇ ਅਸੀਂ ਕੀ ਮਾਇਨੇ ਦੇਖੀਏ? ਦੇਖੋ ਜੀ, ਕਿ ਸੁਪਰ ਸੀਡਰ ਦੇ ਨਾਲ ਰਲਦੀ ਮਿਲਦੀ ਮਸ਼ੀਨ ਪਹਿਲਾਂ ਇੱਕ ਮਸ਼ੀਨ ਹੋਰ ਸੀਗੀ। ਸੁਪਰ ਸੀਡਰ ਜਦੋਂ ਤੋਂ ਆਇਆ ਪਿਛਲੇ ਸਾਲ ਆਲਮੋਸਟ ਦੇਖਿਆ ਆਪਾਂ ਨੇ, ਬਾਰਿਸ਼ ਪੈ ਗਈ, ਕਣਕ ਬਿਲਕੁਲ ਗਿਰ ਗਈ, ਜੋ ਕਿ ਆਪਣੇ ਡਾਟੇ ਨੇ ਪਿਛਲੇ ਸਾਲ ਦੇ, ਉਹ ਝਾੜ ਪਿਛਲੇ ਸਾਲ ਜਿਹੜਾ ਬਾਰਿਸ਼ ਪੈਣ ਦੇ ਬਾਵਜੂਦ ਵੀ ਕਾਫੀ ਪ੍ਰੋਪਰ ਠੀਕ ਰਿਹਾ, ਝਾੜ ਜਿਹੜਾ ਵਧੀਆ ਨਿਕਲਿਆ। ਸੁਪਰ ਸੀਡਰ ਦੇ ਨਾਲ ਝਾੜ ਵੱਧਦਾ ਹੈ ਕਿਉਂਕਿ ਉਹ ਸੁਪਰ ਸੀਡਰ ਜਿਹੜੀ ਪਰਾਲੀ ਨੂੰ ਵਿੱਚੇ ਹੀ ਮਿਕਸ ਕਰ ਦਿੰਦਾ, ਉਹ ਖਾਦ ਦਾ ਕੰਮ ਕਰਦੀ। ਪਰ ਫਿਰ ਬਹੁਤ ਵੱਡਾ ਸਵਾਲ ਇਹ ਹੈ ਕਿ ਤੁਸੀਂ ਇਸ ਗੈਜਟ ਨੂੰ ਜਾਂ ਇਸ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਸਾਨੂੰ ਲੈ ਕੇ ਆਏ ਹੋ, ਪਰ ਫਿਰ ਵੀ ਅੱਗਾਂ ਲੱਗਣ ਦੇ ਮਾਇਨੇ ਕੀ ਨੇ? ਕਿ ਇਸ ਚੀਜ਼ ਦੇ ਰੇਟ ਬੜੇ ਇਕਨੋਮਿਕਲ ਨਹੀਂ ਹਨ, ਜਾਂ ਸਰਕਾਰ ਤੋਂ ਕਿਸ ਤਰੀਕੇ ਦੀ ਕੋਆਪਰੇਸ਼ਨ ਮੰਗਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਸਮੂਥ ਕੀਤਾ ਜਾਵੇ? ਦੇਖੋ, ਪੰਜਾਬ ਦੇ ਧੂੰਏਂ ਦਾ ਜ਼ਿਕਰ ਰਾਜਧਾਨੀ ਦਿੱਲੀ ਤੱਕ ਕੀਤਾ ਜਾਂਦਾ ਹੈ। ਐਕਚੁਅਲ ਕਿਸਾਨ ਜਿਹੜੇ ਜਾਗਰੂਕ ਹੋਈ ਜਾ ਰਹੇ ਨੇ ਇਸ ਮਸ਼ੀਨਾਂ ਤੋਂ ਵੀ ਮਸ਼ੀਨਾਂ ਦਾ ਬੈਨੀਫਿਟ ਹੈ, ਤਾਂ ਉਹ ਅੱਗ ਨਹੀਂ ਲਗਾ ਰਹੇ। ਜਾਗਰੂਕਤਾ ਦੀ ਕਮੀ ਹੈ, ਕਿਸਾਨਾਂ ਨੂੰ ਹੋਰ ਜਾਗਰੂਕ ਕੀਤਾ ਜਾਏ ਔਰ ਸਬਸਿਡੀ ਪ੍ਰੋਪਰ ਦਿੱਤੀ ਜਾਏ ਔਰ ਇਹ ਬਿਲਕੁਲ ਅੱਗ ਲੱਗਣੋਂ ਬੰਦ ਹੋ ਜਾਏਗੀ। ਅੱਛਾ, ਇੱਕ ਆਖਰੀ ਸਵਾਲ ਹੈ ਮੇਰਾ, ਇਹ ਜਿਹੜਾ ਕੋਆਪਰੇਟਿਵ ਸੁਸਾਇਟੀ ਵਾਲੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਬਸਿਡੀ ਕੁਝ ਜ਼ਿਆਦਾ ਮਿਲਦੀ ਹੈ ਜਦੋਂ ਉੱਥੋਂ ਮਸ਼ੀਨ ਲੈਂਦੇ ਹਾਂ ਆਪਾਂ, ਜਾਂ ਦਿਹਾੜੀ 'ਤੇ ਜਾਂ ਫਿਰ ਘੰਟੇ ਦੇ ਹਿਸਾਬ ਦੇ ਨਾਲ? ਉਹ ਕਿਸਾਨ ਕਿੱਦਾਂ ਮਤਲਬ ਕਿ ਉਹਦੇ ਨਾਲ ਤਾਲਮੇਲ ਕਰਦਾ ਹੈ? ਹਾਂਜੀ, ਕੋਆਪਰੇਟਿਵ ਸੁਸਾਇਟੀਆਂ ਨੂੰ ਪਹਿਲ ਦੇ ਆਧਾਰ 'ਤੇ ਸਬਸਿਡੀ ਮਿਲਦੀ ਹੈ ਔਰ ਉਹਦੇ ਵਿੱਚੋਂ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ। ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਪ੍ਰੋਫਿਟ 'ਚ ਚੱਲਦੀਆਂ ਨੇ ਉਹੀ ਲੈਂਦੀਆਂ ਨੇ, ਹਰੇਕ ਕੋਆਪਰੇਟਿਵ ਸੁਸਾਇਟੀ ਮਸ਼ੀਨ ਨਹੀਂ ਲੈ ਪਾਉਂਦੀ। ਠੀਕ, ਤਰਵਿੰਦਰ ਜੀ ਨੇ CEO ਨੇ ਟੈਕਨੋਕ੍ਰੇਟ ਤੋਂ। ਤਰਵਿੰਦਰ ਜੀ, ਇੰਡਸਟਰੀ ਦਾ ਵੀ ਅਸੀਂ ਜ਼ਿਕਰ ਕੀਤਾ ਕਿ ਇੰਡਸਟਰੀ ਕਿਸ ਤਰੀਕੇ ਨਾਲ ਪ੍ਰਫੁੱਲਤ ਹੋ ਰਹੀ ਹੈ। ਹਾਲਾਂਕਿ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ, ਭਾਵੇਂ ਖੇਤੀਬਾੜੀ ਇੰਡਸਟਰੀ ਜਾਂ ਤੁਹਾਡਾ ਅਸੀਂ ਵਰਕ ਦੇਖੀਏ ਡਿਜੀਟਲ ਮਾਰਕੀਟਿੰਗ। ਪਰ ਇੰਡਸਟਰੀ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡਿਜੀਟਲ ਭਵਿੱਖ ਹੈ ਉਹ ਤੁਹਾਨੂੰ ਕੀ ਕੁਛ ਲੱਗ ਰਿਹਾ ਹੈ ਕਿ ਕਿਸ ਤਰੀਕੇ ਨਾਲ, ਕਿੰਨੇ RPM 'ਤੇ ਇਹ ਸਿਸਟਮ ਦੌੜ ਰਿਹਾ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੰਡਸਟਰੀ ਦੇਖੋਗੇ ਤੁਸੀਂ ਤਾਂ ਵਰਲਡ ਵਾਈਡ ਇੰਡਸਟਰੀ ਦੀ ਗਰੋਥ ਦਾ ਜਿਹੜਾ ਪੈਟਰਨ ਹੈ ਉਹ ਜਿੰਨਾ ਅਸੀਂ ਦੇਖਦੇ ਹਾਂ ਇਨ ਟਰਮਸ ਆਫ ਇਨਫਰਾਸਟਰਕਚਰ ਹੈ ਜਾਂ ਜਿੰਨਾ ਪੈਟਰਨ ਇਨ ਟਰਮਸ ਆਫ ਕੈਪੈਸਿਟੀ ਬਿਲਡਿੰਗ ਹੈ, ਓਨਾ ਹੀ ਤੁਸੀਂ ਦੇਖੋਗੇ ਇੰਡਸਟਰੀ ਦੀ ਗਰੋਥ ਇਨ ਟਰਮਸ ਆਫ ਡਿਜੀਟਲ ਰੀਚ ਅਤੇ ਇਨ ਟਰਮਸ ਆਫ ਡਿਜੀਟਲ ਇਨੇਬਲਮੈਂਟ ਐਡਵਾਂਸਮੈਂਟ ਵੱਲ ਵੀ ਹੈ। ਸੋ ਜੋ ਟੈਕਨੋਲੋਜੀ ਇੰਡਸਟਰੀ ਹੈ ਉਹ ਇੰਡਸਟਰੀ ਦੇ ਉਸ ਜਿਹੜਾ ਆਸਪੈਕਟ ਹੈ ਕਿ ਉਹ ਡਿਜੀਟਲੀ ਵੀ ਇੰਡਸਟਰੀ ਇਵੋਲਵ ਹੋਏ, ਉੱਥੇ ਅਸੀਂ ਇੰਡਸਟਰੀ ਦੀ ਹੈਲਪ ਕਰਦੇ ਹਾਂ। ਉਹਦੇ 'ਚ ਈਜ਼ ਆਫ ਬਾਇੰਗ ਜਿਹੜੀ ਹੈ ਕਸਟਮਰ ਦੇ ਲਈ, ਉਹਦੇ ਲਈ ਸੋਲਿਊਸ਼ਨਸ ਡਿਵੈਲਪ ਕੀਤੇ ਜਾਂਦੇ ਨੇ। ਵੈਂਡਰਸ ਹੈ ਉਹਨਾਂ ਲਈ ਈਜ਼ ਆਫ ਸਪਲਾਈਂਗ ਦੇ ਸੋਲਿਊਸ਼ਨਸ ਡਿਵੈਲਪ ਕੀਤੇ ਜਾਂਦੇ ਨੇ। ਇੰਟਰਨਲ ਜਿਹੜੇ ਟੀਮ ਮੈਂਬਰਸ ਨੇ, ਚਾਹੇ ਉਹ ਸੇਲਸ ਟੀਮ ਹੈ ਜਾਂ ਮਾਰਕੀਟਿੰਗ ਹੈ ਜਾਂ ਤੁਹਾਡੀ ਪ੍ਰੋਡਕਸ਼ਨ ਹੈ, ਉਹਨਾਂ ਦੀ ਈਜ਼ ਆਫ ਵਰਕਿੰਗ ਲਈ ਸਿਸਟਮਸ ਡਿਵੈਲਪ ਕੀਤੇ ਜਾਂਦੇ ਨੇ। ਸੋ ਜਿੱਦਾਂ ਹੀ ਤੁਸੀਂ ਆਪਣੀ ਕਪੈਸਿਟੀ ਬਿਲਡ ਕਰਦੇ ਹੋ, ਉੱਦਾਂ ਹੀ ਤੁਹਾਡੀ ਜਿਹੜੀ ਰੀਚ ਹੈ ਜਾਂ ਤੁਹਾਡੀ ਜਿਹੜੀ ਆਊਟਪੁੱਟ ਹੈ ਉਹਨੂੰ ਇੰਪਰੂਵ ਕਰਨ ਲਈ ਜੋ ਟੈਕਨੋਲੋਜੀ ਹੈ ਓਬਵੀਅਸਲੀ ਉਹ ਹੈਲਪ ਕਰਦੀ ਹੈ। ਪਰ ਖਾਸ ਤੌਰ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਆਪਣਾ ਤਕਨੀਕ ਦਾ ਯੁੱਗ ਹੈ ਹੁਣ, ਅੱਜ ਕੱਲ੍ਹ ਜ਼ਮਾਨਾ ਤਕਨੀਕ ਦਾ। ਰੋਬੋਟਿੰਗ ਸਿਸਟਮ ਜ਼ਿਆਦਾਤਰ ਹੋ ਰਿਹਾ ਹੈ, ਹਰੇਕ ਕੁਝ ਰੋਬੋਟਿੰਗ ਤਾਂ IT ਨਾਲ ਜਿਹੜਾ ਕਨੈਕਟਡ ਹੁੰਦਾ ਹੈ, ਤਾਂ ਉੱਥੇ ਆਮ ਜਿਹੜਾ ਮਜ਼ਦੂਰ ਹੈ ਉਹ ਫਿਰ ਕਿਤੇ ਨਾ ਕਿਤੇ ਲਾਂਭੇ ਹੁੰਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਇਆ। ਕੁਛ IT ਸੈਕਟਰ ਦੇ ਨਾਲ ਕੋਈ ਅਜਿਹਾ ਕੋਈ ਰੋਬੋਟਿੰਗ ਕੁਛ ਤਿਆਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹੋ ਜਿਸ ਦੇ ਨਾਲ ਮੈਨ ਪਾਵਰ ਦੀ ਵੀ ਜ਼ਰੂਰਤ ਪਵੇ, ਕਿਉਂਕਿ ਉਹਨਾਂ ਦਾ ਵੀ ਜਿਹੜਾ ਰੋਜ਼ਗਾਰ ਉਹ ਨਾ ਜਾਵੇ। ਬਹੁਤ ਅੱਛੀ ਮੈਂ ਇੱਕ ਇੰਟਰਵਿਊ ਸੁਣੀ ਸੀ ਮਿਸਟਰ ਨਾਰਾਇਣ ਮੂਰਤੀ ਦੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਹੁਣ AI ਆ ਗਿਆ ਤਾਂ ਕੀ ਸੌਫਟਵੇਅਰ ਡਿਵੈਲਪਰਸ ਖਤਮ ਹੋ ਜਾਣਗੇ ਜਾਂ ਡਿਜੀਟਲ ਸਰਵਿਸਿਜ਼ ਖਤਮ ਹੋ ਜਾਣਗੀਆਂ? ਤਾਂ ਨਾਰਾਇਣ ਮੂਰਤੀ ਨੇ ਕਿਹਾ ਇਹ ਤੀਜੀ ਜਾਂ ਚੌਥੀ ਵਾਰੀ ਹੋਇਆ ਜੀ, ਤੇ ਹਰ ਵਾਰੀ ਜਦੋਂ ਵੀ ਇਹ ਨਵੀਂ ਟੈਕਨੋਲੋਜੀ ਆਉਂਦੀ ਹੈ ਕੰਮ ਵੱਧਦਾ ਹੀ ਹੈ, ਘਟਦਾ ਨਹੀਂ ਹੈ। ਠੀਕ ਹੈ, ਬਿਕੋਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੁਣ ਤੱਕ ਜ਼ਿਕਰ ਹੋਇਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ
ਕਿੰਨਾ ਕੁ ਰਿਫਲੈਕਟ ਕਰ ਸਕਦੀ ਹੈ, ਕਿੰਨਾ ਕੁ ਪ੍ਰਭਾਵ ਪਾ ਸਕਦੀ ਹੈ ਇਸ ਇੰਡਸਟਰੀ 'ਤੇ? ਬੜਾ ਸਿੰਪਲ ਜੀ ਚੀਜ਼ ਹੈ ਜੀ। ਤੁਸੀਂ ਜੇ ਆਪਣੇ ਕਸਟਮਰ ਦੇ ਬਾਇੰਗ ਪੈਟਰਨ ਨੂੰ, ਡਾਟਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ 'ਚ ਪਾਓਗੇ ਤਾਂ ਤੁਹਾਡਾ ਸਿਸਟਮ ਤੁਹਾਨੂੰ ਪ੍ਰੈਡਿਕਸ਼ਨ ਦੱਸ ਦੇਗਾ ਕਿ ਤੁਹਾਡਾ ਕਸਟਮਰ ਆਉਣ ਵਾਲੇ 6 ਮਹੀਨੇ 'ਚ ਕੀ ਬਾਏ ਕਰਨਾ ਚਾਹੁੰਦਾ ਹੈ, ਆਉਣ ਵਾਲੇ 2 ਸਾਲ 'ਚ ਕੀ ਬਾਏ ਕਰਨਾ ਚਾਹੁੰਦਾ ਹੈ। ਅਤੇ ਜੇ ਤੁਸੀਂ ਇਹੀ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਪੂਰੀ ਇੰਡਸਟਰੀ ਦਾ ਡਾਟਾ ਪਾ ਦੋਗੇ ਤਾਂ ਹੋ ਸਕਦਾ ਹੈ ਤੁਹਾਨੂੰ ਕੰਪੀਟੀਟਿਵ ਐਡਵਾਂਟੇਜ ਵੀ ਮਿਲ ਜਾਵੇ। ਤੁਸੀਂ ਬਾਕੀ ਕੰਪੀਟੀਟਰਸ ਤੋਂ ਪਹਿਲਾਂ ਹੀ ਆਪਣੇ ਪ੍ਰੋਡਕਟਸ ਲਾਂਚ ਕਰ ਸਕਦੇ ਹੋ ਜਾਂ ਉਹਨਾਂ ਤੋਂ ਬੈਟਰ ਪ੍ਰਾਈਸਿੰਗ ਕਰ ਸਕਦੇ ਹੋ, ਜਾਂ ਜਿੱਥੇ ਕੰਪੀਟੀਟਰਸ ਰੀਚ ਨਹੀਂ ਕਰ ਰਹੇ ਤੁਸੀਂ ਉੱਥੇ ਰੀਚ ਕਰਨਾ ਸ਼ੁਰੂ ਕਰ ਦੋਗੇ। ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਯੂਜ਼ੇਜ ਵੀ ਤੁਹਾਡੀ ਵਿਜ਼ਨ 'ਤੇ ਡਿਪੈਂਡ ਕਰਦੀ ਹੈ, ਤੁਹਾਡੀ ਵਿਜ਼ਨ ਕਿੰਨੀ ਸਟਰੋਂਗ ਹੈ। ਓਕੇ, ਠੀਕ ਹੈ। ਬਿਲਕੁਲ ਸਰ, ਤੁਹਾਨੂੰ ਮੇਰਾ ਹੋਏਗਾ ਸਵਾਲ, ਅਖੀਲਾ ਸਵਾਲ ਹੋਏਗਾ, ਕਿਉਂਕਿ ਕੰਬਾਈਨ ਦੇ ਨਾਲ ਰਿਲੇਟਡ ਹੈ। ਜਿਸ ਹਿਸਾਬ ਦੇ ਨਾਲ ਹੁਣ ਸਾਰੀਆਂ ਚੀਜ਼ਾਂ ਨੇ ਆਲਮੋਸਟ, ਪਹਿਲਾਂ ਮੈਂ ਗੱਲ ਸਾਂਝੀ ਕਰਕੇ ਹਟਿਆ ਕਿ ਮਸ਼ੀਨਰੀ ਦੇ ਤੌਰ 'ਤੇ ਹੁਣ ਲਈ, ਪਹਿਲਾਂ ਹੱਥਾਂ ਨਾਲ ਵੱਢਦੇ ਹੁੰਦੇ ਸੀ ਅਤੇ ਹੁਣ ਮਸ਼ੀਨ ਦੇ ਨਾਲ ਵੱਢਦੇ ਨੇ। ਜਾਂ ਮੱਕੀ ਦੀ ਜੇਕਰ ਜਿਹੜੀ ਨਵੀਂ ਮਸ਼ੀਨ ਦੀ ਤੁਸੀਂ ਇਨੋਵੇਸ਼ਨ ਕੀਤੀ ਹੈ, ਉਹਦਾ ਕਿੰਨਾ ਕੁ ਰਿਸਪੌਂਸ ਮਿਲ ਰਿਹਾ, ਜਾਂ ਫਿਰ ਉਹਨੂੰ ਸਹੀ ਤਰੀਕੇ ਦੇ ਨਾਲ ਕਿੰਨਾ ਈਜ਼ੀ ਤਰੀਕੇ ਦੇ ਨਾਲ ਜਿਹੜਾ ਆਸਾਨੀ ਨਾਲ ਬਾਈ ਕੀਤਾ ਜਾ ਸਕਦਾ ਹੈ, ਕਿੰਨੀ ਕੁ ਉਹਦੀ ਕੋਸਟ ਹੈ, ਉਹ ਥੋੜ੍ਹੇ ਦੱਸਿਓ ਜ਼ਰੂਰ। ਦੇਖੋ, ਜਿਹੜੀ ਤੁਸੀਂ ਮੱਕੀ ਦੀ ਗੱਲ ਕੀਤੀ ਹੈ, ਬਹੁਤ ਹੀ ਸਮੇਂ ਦੀ ਲੋੜ ਹੈ ਸਾਨੂੰ। ਜਿਹੜਾ ਸਾਡਾ ਪਾਣੀ ਦਾ ਲੈਵਲ ਹੈ ਜੀ, ਬਹੁਤ ਡਾਊਨ ਚਲਿਆ ਗਿਆ ਜੀ। ਮੈਂ ਤਾਂ ਸਮਝਦਾ ਵੀ ਬਹੁਤ ਖਤਰੇ 'ਚ ਹੀ ਚਲੇ ਗਏ ਸੀ, ਪੰਜਾਬ ਖਾਸ ਕਰਕੇ, ਕਿਉਂਕਿ 1 ਕਿਲੋ ਨੂੰ ਤਿਆਰ ਕਰਨ ਵਾਸਤੇ ਕਾਫੀ ਪਾਣੀ ਦੀ ਮਾਤਰਾ ਦੀ ਲੋੜ ਹੈ। ਮੱਕੀ ਦਾ ਜਿਹੜਾ ਸਮੇਂ ਦੀ ਜੀ, ਸੋ ਬਿਲਕੁਲ ਖੇਤੀਬਾੜੀ ਦੇ ਮਸਲੇ 'ਤੇ ਹੁਣ ਤੱਕ ਚਰਚਾ ਕੀਤੀ, ਪਰ ਅਮਰ ਸਿੰਘ ਜੀ ਇਸ 'ਚ ਇੱਕ ਸਵਾਲ ਹੋਰ ਐਡ ਔਨ ਕਰ ਲਿਓ ਕਿ ਤੁਹਾਡੀ ਇੰਡਸਟਰੀ ਨੂੰ ਕਿੰਨਾ ਕੁ ਵੱਡਾ ਚੈਲੰਜ ਹੈ। ਜਿਸ ਤਰੀਕੇ ਨਾਲ ਅਸੀਂ ਚਰਚਾ ਕਰ ਰਹੇ ਸੀ ਕਿ ਲੋਨ ਨੂੰ ਲੈ ਕੇ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਸਰਕਾਰੀ ਬੈਂਕ ਬਨਾਮ ਪ੍ਰਾਈਵੇਟ ਬੈਂਕ, ਕੀ ਕੁਝ ਸੁਧਾਰ ਕਰਨੇ ਚਾਹੀਦੇ ਨੇ ਕਿ ਤੁਹਾਡੀ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਵਾਸਤੇ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਉਣੀ ਚਾਹੀਦੀ? ਆਪਾਂ ਪਹਿਲਾਂ ਉਹ ਸਵਾਲ ਪੂਰਾ ਕਰ ਲਈਏ। ਜੀ ਜੀ। ਜਿਵੇਂ ਪਾਣੀ ਬਹੁਤ ਥੱਲੇ ਚਲੇ ਗਏ, ਹੁਣ ਮੱਕੀ ਦੀ ਖਾਸ ਕਰਕੇ ਲੋੜ ਹੈ। ਜਿਹੜੀ ਸਾਡੀ ਫਸਲ ਹੈ ਮੇਨ ਜੀਰੀ ਹੁੰਦੀ ਸੀ, ਬਿਲਕੁਲ ਉਹਦੇ ਬਦਲ ਦੀ ਬਹੁਤ ਲੋੜ ਹੈ। ਇਸ ਕਰਕੇ ਸਾਨੂੰ ਹੁਣ ਮੱਕੀ ਵੱਲ ਆਉਣਾ ਚਾਹੀਦਾ। ਬਹੁਤ ਲੋਕ ਆ ਵੀ ਗਏ, ਬਿਲਕੁਲ, ਪਰ ਉਹਦੇ ਬੀਜਣ ਤੋਂ ਲੈ ਕੇ ਵੱਢਣ ਤੱਕ, ਉਹਨੂੰ ਕੱਟਣ ਤੱਕ, ਖ਼ਤਮ ਕਰਨ ਤੱਕ ਤਕਰੀਬਨ ਮਸ਼ੀਨਰੀ ਦੀ ਲੋੜ ਹੈ। ਬਿਜਾਈ ਕਰਨੀ ਹੈ ਫਿਰ ਮਸ਼ੀਨ, ਹੁਣ ਤਾਂ ਮਸ਼ੀਨਰੀ ਦਾ ਯੁੱਗ ਆ ਗਿਆ। ਮੈਂ ਸਮਝਦਾ ਵੀ ਉਹ ਰੁਝਾਨ ਜਦੋਂ ਇੱਕ ਬਹੁਤ ਸਸਤਾ ਪੈਣ ਲੱਗ ਜਾਂਦਾ ਕਿ ਜ਼ਿਮੀਂਦਾਰ ਉੱਧਰ ਚਲਿਆ ਜਾਂਦਾ, ਕੋਸਟ ਘੱਟ ਜਾਂਦੀ ਹੈ। ਮੱਕੀ ਦੀ ਮਸ਼ੀਨ ਜਿਹੜੀ ਕੰਬਾਈਨ ਹੈ, ਬਹੁਤ ਸਫਲ ਮਸ਼ੀਨ ਹੈ ਇਹ ਕੰਬਾਈਨ ਜਿਹੜੀ ਹੈ, ਜਿਸ ਤਰ੍ਹਾਂ ਕਣਕ ਕੱਟਦੀ ਹੈ ਉਸੇ ਤਰ੍ਹਾਂ ਹੀ ਇਹ ਮੱਕੀ ਨੂੰ ਕੱਟਦੀ ਹੈ, ਉਸ ਤਰ੍ਹਾਂ ਹੀ ਪੂਰਾ ਕੰਮ ਕਰਦੀ ਹੈ। ਅਤੇ ਇਸ ਤੋਂ ਇਲਾਵਾ ਹੁਣ ਚਾਰੇ ਵਾਲੀਆਂ ਮਸ਼ੀਨਾਂ ਬਣ ਗਈਆਂ, ਉਹਦਾ ਚਾਰ ਪਾਉਂਦੇ ਨੇ ਮੱਕੀ ਦਾ, ਚਾਰ ਵਾਲੀ ਨਵੀਂ ਇਨੋਵੇਸ਼ਨ ਹੋਈ ਹੈ। ਹਾਂ, ਉਹ ਇਸ ਕਰਕੇ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਧਰ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਪਰ ਇਹਦੇ ਲਈ ਜਿਵੇਂ ਤੁਸੀਂ ਉਹ ਫਾਈਨੈਂਸ ਦੀ ਗੱਲ ਕੀਤੀ ਹੈ ਜੀ, ਕੰਬਾਈਨ ਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਵੱਧ ਗਈ। ਉਹਦੇ ਲਈ ਆਸਾਨੀ ਨਾਲ ਲੋਨ ਦੀ ਜ਼ਰੂਰਤ ਹੈ। ਲੋਨ ਵਾਸਤੇ ਪ੍ਰਾਈਵੇਟ ਸੈਕਟਰ 'ਚ ਜਾਣਾ ਪੈਂਦਾ ਹੈ। ਉਹ ਸੈਕਟਰ ਦੇ ਵਿੱਚ ਵਿਆਜ ਇੰਟਰਸਟ ਜ਼ਿਆਦਾ ਮਹਿੰਗਾ ਪੈਂਦਾ। ਇਸ ਲਈ ਅਸੀਂ ਤਾਂ ਮੰਗੇ ਕਰਦੇ ਹਾਂ ਵੀ ਇਹ ਜਿਹੜੀਆਂ ਨੈਸ਼ਨਲਾਈਜ਼ ਬੈਂਕਾਂ ਨੇ ਉਹ ਪ੍ਰਾਈਵੇਟ ਸੈਕਟਰ ਦੀ ਤਰਜ਼ 'ਤੇ ਇਹਦਾ ਲੋਨ ਕਰਨ, ਸੌਖੇ ਤਰੀਕੇ ਨਾਲ, ਘੱਟ ਇੰਟਰਸਟ 'ਤੇ, ਠੀਕ ਹੈ ਜੀ, ਤਾਂ ਕਿ ਜ਼ਿਮੀਂਦਾਰ ਨੂੰ ਇੱਥੇ ਜੇ ਕਿਸਾਨ ਹੈ ਤਾਂ ਸਾਰਾ ਕੁਛ ਹੈ, ਬਿਲਕੁਲ। ਅਤੇ ਇਸ ਕਰਕੇ ਸਾਨੂੰ ਇਹ ਗੌਰਮੈਂਟਾਂ ਨੂੰ ਜ਼ਰੂਰੀ ਹੈ ਇੱਧਰ ਧਿਆਨ ਦੇਣਾ ਚਾਹੀਦਾ ਹੈ। ਇਸ ਕੰਬਾਈਨ ਦੇ ਉੱਤੇ, ਕੰਬਾਈਨਾਂ ਦੀਆਂ ਕੀਮਤਾਂ ਵੱਧ ਗਈਆਂ ਬਹੁਤ ਜ਼ਿਆਦਾ, ਇਸ ਕਰਕੇ ABS 4 ਇੰਜਣ ਆ ਗਿਆ, ਉਹਦੇ ਨਾਲ 2.5-3 ਲੱਖ ਰੁਪਏ ਦਾ ਫਰਕ ਪੈ ਗਿਆ ਰੇਟ ਦਾ। ਰੇਟ ਪਹਿਲਾਂ ਹੀ ਬਹੁਤ ਜ਼ਿਆਦਾ ਨੇ, ਤਾਂ ਇਸ ਕਰਕੇ ਸਾਨੂੰ ਗੌਰਮੈਂਟ ਨੂੰ ਇਹ ਜ਼ਰੂਰੀ ਹੈ ਵੀ ਉਹਨੂੰ 100% ਜਿਹੜਾ ਹੈ ਤਕਰੀਬਨ ਜਿਹੜਾ ਫਾਈਨੈਂਸ ਹੈ ਉਹ ਥੋੜ੍ਹਾ ਬਹੁਤ 10% ਲੈ ਕੇ ਬਾਕੀ ਫਾਈਨੈਂਸ ਹੋਣਾ ਚਾਹੀਦਾ। ਠੀਕ ਹੈ, ਠੀਕ ਹੈ। ਮਾਫੀ ਦੇ ਨਾਲ ਤੁਹਾਨੂੰ ਰੋਕ ਰਿਹਾ, ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦੇ ਹਾਂ। ਜਗਤਾਰ ਸਿੰਘ ਜੀ ਕੋਲ ਜਾਊਂਗਾ ਮੈਂ। ਇੱਕ ER ਡਿਪਾਰਟਮੈਂਟ ਅਤੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉਸ ਦੇ ਵਿੱਚ ਥੋੜ੍ਹਾ ਜਿਹਾ ਕੀ ਫ਼ਰਕ ਹੈ? ਕਿਉਂਕਿ ਕਾਫੀ ਕੁਝ ਪਹਿਲਾਂ ਵੀ ਹਾਲਾਂਕਿ ਆਪਾਂ ਗੱਲਬਾਤ ਸਾਂਝੀ ਕੀਤੀਆਂ ਨੇ ਕਿ ER ਡਿਪਾਰਟਮੈਂਟ ਅਗਰ ਅਲੱਗ ਬਣਾ ਦਿੱਤਾ ਜਾਵੇ ਤਾਂ ਉਸ ਦੇ ਨਾਲ ਕੀ ਬੈਨੀਫਿਟ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਜਿਹੜਾ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹ ਇਸ ਟਾਈਮ ਡਾਇਰੈਕਟਰ ਐਗਰੀਕਲਚਰ ਦੇ ਅੰਡਰ ਆਉਂਦਾ ਜੀ।
ਉਹ ਡਿਪਾਰਟਮੈਂਟ ਇੱਕ ਅਲੱਗ ਉਸ ਦਾ ਡਾਇਰੈਕਟਰ ਬਣ ਜਾਏਗਾ। ਉਸ ਨੂੰ ਜੋ ਸੈਂਟਰ ਗਵਰਨਮੈਂਟ ਤੋਂ ਆਉਣ ਵਾਲੇ ਫੰਡ ਨੇ ਉਹ ਡਾਇਰੈਕਟ ਫੰਡ ਆਉਣਗੇ, ਅਲੱਗ ਫੰਡ ਆਉਣਗੇ। ਉਹਦੇ ਲਈ ਕਿਸਾਨਾਂ ਨੂੰ ਸਭ ਤੋਂ ਵੱਡਾ ਬੈਨੀਫਿਟ ਹੋਏਗਾ, ਜਿੱਦਾਂ ਕਿ ਹੁਣ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਦੀ ਰਿਕੁਆਇਰਮੈਂਟ ਹੈ ਕਿਸਾਨਾਂ ਦੀ। ਉਹ ਇੰਡੀਆ ਇਸ ਟਾਈਮ ਬਹੁਤ ਪਿਛੜਿਆ ਹੋਇਆ ਕਹਿ ਸਕਦੇ ਹਾਂ ਉਸ ਟੈਕਨੋਲੋਜੀ ਤੋਂ, ਅਤੇ ਉਹ ਰਿਕੁਆਇਰਮੈਂਟ ਹੈ ਕਿਸਾਨਾਂ ਦੀ। ਉਹਦੇ ਲਈ ਇੰਜੀਨੀਅਰਿੰਗ ਡਿਪਾਰਟਮੈਂਟ ਅਲੱਗ ਹੋਏਗਾ, ਇੰਡਸਟਰੀ ਦੀ ਹੈਲਪ ਕਰੇਗਾ ਇੰਜੀਨੀਅਰਿੰਗ ਡਿਪਾਰਟਮੈਂਟ। ਨਵੀਆਂ ਤਕਨੀਕਾਂ ਆਉਣਗੀਆਂ, ਕਿਉਂਕਿ ਹੋਰ ਸਟੇਟਾਂ ਦੇ ਵਿੱਚ ਇੰਜੀਨੀਅਰਿੰਗ ਡਿਪਾਰਟਮੈਂਟ ਅਲੱਗ ਹੈ, ਜੋ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਇੰਜੀਨੀਅਰਿੰਗ ਡਿਪਾਰਟਮੈਂਟ ਆ ਉਹ ਡਾਇਰੈਕਟਰ ਐਗਰੀਕਲਚਰ ਦੇ ਅੰਡਰ ਹੈ। ਉਹ ਇਸ ਕਰਕੇ ਡਿਪਾਰਟਮੈਂਟ ਇੰਜੀਨੀਅਰਿੰਗ ਡਿਪਾਰਟਮੈਂਟ ਆਪਣੀ ਜਿਹੜੀ ਗਰੋਥ ਹੈ ਉਹਨਾਂ ਦੀ ਇਸ ਟਾਈਮ ਰੁਕੀ ਹੋਈ ਹੈ। ਜੀ ਬਿਲਕੁਲ ਤਰਵਿੰਦਰ ਜੀ, ਆਖਰੀ ਰਿਐਕਸ਼ਨ ਰਹੇਗਾ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਿੰਗਲ ਵਿੰਡੋ ਸਿਸਟਮ ਤੇ ਇੰਡਸਟਰੀ ਨੂੰ ਲੈ ਕੇ ਹੁਣ ਤੱਕ ਚਰਚਾ ਰਹੀ ਹੈ, ਇਸ ਨੂੰ ਕਿਸ ਤਰੀਕੇ ਨਾਲ ਸਮੂਥ ਕੀਤਾ ਜਾ ਸਕਦਾ ਹੈ, ਤੇ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਕਿਸ ਤਰੀਕੇ ਨਾਲ ਵਧੀਆ ਸਰਕਾਰ ਬਣਾ ਸਕਦੀ ਹੈ ਤਾਂ ਜੋ ਟੈਕਨੀਕਲ ਤਰੀਕੇ ਨਾਲ ਵੀ ਕੋਈ ਦਿੱਕਤ ਨਾ ਆਏ, ਇੰਡਸਟਰੀਅਲਿਸਟ ਨੂੰ ਵੀ ਕੋਈ ਦਿੱਕਤ ਨਾ ਆਏ। ਮੈਂ ਐਕਚੁਅਲੀ ਇਸ ਚੀਜ਼ ਨੂੰ ਖੁਦ ਨੋਟਿਸ ਕਰ ਰਿਹਾ ਕਾਫੀ ਲਾਸਟ ਫਿਊ ਮੰਥਸ ਤੋਂ, ਕਿ ਸਰਕਾਰ ਨੇ ਰੈਵਨਿਊ ਕਲੈਕਸ਼ਨ ਲਈ ਤਾਂ ਟੈਕਨੋਲੋਜੀ ਨੂੰ ਬਹੁਤ ਅੱਛੇ ਤਰੀਕੇ ਨਾਲ ਯੂਜ਼ ਕਰਨਾ ਸ਼ੁਰੂ ਕਰਤਾ। ਈਵਨ ਆਪਣੇ ਬਿਜਲੀ ਦੇ ਬਿੱਲ ਦੇ ਮੈਸੇजेस ਆਪਣੇ ਗੂਗਲ ਪੇ ਤੱਕ ਆਉਣ ਲੱਗ ਗਏ। ਬਟ ਜੋ ਗ੍ਰੀਵੈਂਸਿਸ ਨੇ ਆਮ ਲੋਕਾਂ ਦੀਆਂ, ਚਾਹੇ ਆਪਾਂ ਆਪਣੇ ਸਿੰਪਲ ਬਿਜਲੀ ਦੀ ਗੱਲ ਕਰੀਏ ਤਾਂ ਕਨੈਕਸ਼ਨ ਦਾ ਲੋਡ ਵਧਾਉਣਾ ਹੈ, ਘਟਾਉਣਾ ਹੈ, ਕਨੈਕਸ਼ਨ ਘਟਾਉਣਾ ਹੈ, ਉਹਦੇ ਲਈ ਮੈਂ ਦੇਖਿਆ ਲੋਕਾਂ ਨੂੰ ਹਜੇ ਵੀ ਉੱਥੇ ਹੀ ਜਾਣਾ ਪੈਂਦਾ। ਪਰਸਨਲੀ ਮੈਂ ਹੋਰ ਕੰਟਰੀਜ਼ 'ਚ ਟਰੈਵਲ ਕੀਤਾ, US, ਕੈਨੇਡਾ, ਆਸਟ੍ਰੇਲੀਆ, ਉੱਥੇ ਐਵਰੀਥਿੰਗ, ਹਰ ਇੱਕ ਸਹੂਲਤ ਜਿਹੜੀ ਹੈ ਤੁਹਾਡੇ ਆਨਲਾਈਨ ਸਿਸਟਮ 'ਤੇ ਅਵੇਲੇਬਲ ਹੈ। ਈਵਨ ਤੁਸੀਂ ਆਪਣਾ ਕਨੈਕਸ਼ਨ, ਤੁਸੀਂ ਪ੍ਰਾਪਰਟੀ ਦੇਖੋ ਵੇਚਣ ਲਈ ਆਪਾਂ ਰੈਵਨਿਊ ਕਲੈਕਸ਼ਨ ਲਈ ਤਾਂ ਆਨਲਾਈਨ ਸਿਸਟਮ ਕਰਤਾ, ਬਟ ਉਹਦੇ ਨਾਲ ਰਿਲੇਟਡ ਜਿੰਨੇ ਹੋਰ ਨੇ, ਆਪਾਂ ਟਰਾਂਸਫਰ ਕਰਾਉਣੀ ਹੈ, ਮਿਊਨਿਸਪਲ ਕਾਰਪੋਰੇਸ਼ਨ 'ਚ ਅਪਡੇਟ ਕਰਾਉਣਾ ਹੈ, ਉਹਦੇ ਲਈ ਫਿਰ ਆਪਾਂ ਨੂੰ ਮੈਨੂਅਲੀ ਧੱਕੇ ਖਾਣੇ ਪੈਂਦੇ ਆ। ਸੋ ਸਰਕਾਰ ਰੈਵਨਿਊ ਕਲੈਕਸ਼ਨ ਵੱਲ ਟੈਕਨੋਲੋਜੀ ਨੂੰ ਯੂਜ਼ ਕਰ ਰਹੀ ਹੈ, ਬਹੁਤ ਅੱਛੀ ਗੱਲ ਹੈ, ਬਟ ਸਰਕਾਰ ਨੂੰ ਮੈਨੂੰ ਲੱਗਦਾ ਹੈ ਜਿਹੜੇ ਹੋਰ ਪੱਖ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ, ਤਾਂ ਕਿ ਲੋਕਾਂ ਦਾ ਇੱਕੋ ਹੀ ਪਲੇਟਫਾਰਮ ਤੋਂ ਹੀ ਸਾਰਾ ਕੰਮ ਜਿਹੜਾ ਹੈ, ਜੇ ਮੈਂ ਆਪਣੀ ਪ੍ਰਾਪਰਟੀ ਨਾਲ ਰਿਲੇਟਡ ਕੁਝ ਕਰਨਾ ਹੈ ਤਾਂ ਇੱਕੋ ਹੀ ਪਲੇਟਫਾਰਮ ਤੋਂ ਸਾਰਾ ਕੁਝ ਹੋ ਜਾਣਾ ਚਾਹੀਦਾ ਹੈ, ਜੇ ਮੈਂ ਇਲੈਕਟ੍ਰਿਸਿਟੀ ਨਾਲ ਰਿਲੇਟਡ ਕੁਝ ਕਰਨਾ ਹੈ ਤਾਂ ਇੱਕੋ ਹੀ ਪਲੇਟਫਾਰਮ ਤੋਂ ਸਾਰਾ ਕੁਝ ਹੋ ਜਾਣਾ ਚਾਹੀਦਾ ਹੈ। ਬਿਲਕੁਲ, ਬਹੁਤ ਸ਼ੁਕਰੀਆ ਤਰਵਿੰਦਰ ਜੀ, ਅਮਰ ਜੀ, ਜਗਤਾਰ ਜੀ ਸਾਡੇ ਨਾਲ ਜੁੜਨ ਵਾਸਤੇ। ਅਸੀਂ ਸਾਰਥਿਕ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰਿਆ ਗਿਆ, ਭਾਵੇਂ ਖੇਤੀਬਾੜੀ ਹੋਏ ਜਾਂ ਖੇਤੀਬਾੜੀ ਨਾਲ ਜੁੜੇ ਉਹ ਸੰਦ ਹੋਣ ਜਿਹੜੇ ਕਿ ਹੁਣ ਤੱਕ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਭਾਵੇਂ ਪਰਾਲੀ ਨੂੰ ਲੈ ਕੇ ਚਰਚਾ ਜਾਂ ਫਿਰ ਕਿਸ ਤਰੀਕੇ ਨਾਲ ਇੰਡਸਟਰੀ ਨੂੰ IT ਨਾਲ ਜੋੜਨ 'ਤੇ ਚਰਚਾ ਹੋਏ। ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ।